हाँ जी स्टूडेंट गेम चेंजर सिंपल प्रो चैनल विच मेरे ਵੱਲੋਂ जानी कि जी ਗਿੱਲ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜੀ। ਤੇ ਭਾਰਤ ਦਾ ਸੰਵਿਧਾਨਿਕ ਵਿਕਾਸ ਡਿਵੈਲਪਮੈਂਟ ਆਫ ਇੰਡੀਅਨ ਕਨਸਟੀਟਿਊਸ਼ਨਲ ਦੇ ਅੰਤਰਗਤ ਜੋ ਆਪਾਂ ਚਾਰਟਰ ਐਕਟ ਪਹਿਲਾਂ ਦੇਖ ਚੁੱਕੇ ਸਾਂ, ਉਸ ਤੋਂ ਬਾਅਦ 1813 ਦਾ ਚਾਰਟਰ ਐਕਟ ਆਪਾਂ ਦੇਖ ਲਿਆ ਸੀਗਾ। ਹੁਣ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਚਾਰਟਰ ਐਕਟ ਹੈਗਾ ਜੀ 1833 ਦਾ ਚਾਰਟਰ ਐਕਟ 1833 जिस समय आया तो उस समय ਜਿਹੜੇ ਕਿ ਨਾ ਭਾਰਤ ਦੇ ਗਵਰਨਰ ਜਨਰਲ ਸੀ ਉਹ ਸਨ ਲਾਰਡ ਵਿਲੀਅਮ ਬੈਂਟਿਕ। ठीक है जी। ਜਦੋਂ ਇਹ ਐਕਟ ਆਇਆ ਤਾਂ ਉਸ ਸਮੇਂ ਭਾਰਤ ਦੇ ਗਵਰਨਰ ਜਨਰਲ ਸੀਗੇ ਲਾਰਡ ਵਿਲੀਅਮ ਬੈਂਟਿਕ। ਠੀਕ ਹੈ ਜੀ। ਇਸ ਐਕਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਐਕਟ ਦਾ ਜਿਹੜਾ ਦੂਸਰਾ ਨਾਮ ਹੈ ਉਹ ਹੈ ਜੀ ਸੈਂਟ ਹਲੀਨਾ ਐਕਟ। ਸੈਂਟ ਹਲੀਨਾ ਐਕਟ ਇਸ ਕਰਕੇ ਨਾਮ ਹੈ, ਸੈਂਟ ਹਲੀਨਾ ਇੱਕ ਟਾਪੂ ਹੈ, ਆਈਸਲੈਂਡ ਹੈ ਜੋ ਕਿ ਦੱਖਣੀ ਐਟਲਾਂਟਿਕ ਮਹਾਸਾਗਰ ਵਿੱਚ ਹੈ, ਜਿੱਥੇ ਕਿ ਨਪੋਲੀਅਨ ਬੋਨਾਪਾਰਟ ਦਾ ਕਬਜ਼ਾ ਸੀਗਾ ਇਸ ਦੀਪ ਤੇ, ਸੈਂਟ ਹਲੀਨਾ ਦੀਪ ਤੇ ਨਪੋਲੀਅਨ ਬੋਨਾਪਾਰਟ ਦੀ 1821 ਦੇ ਵਿੱਚ ਮੌਤ ਹੋ ਜਾਂਦੀ ਹੈ। ਤਾਂ ਫਿਰ ਅੰਗਰੇਜ਼ 1833 ਦੇ ਚਾਰਟਰ ਐਕਟ ਰਾਹੀਂ ਇਸ ਨੂੰ ਆਪਣਾ 1834 ਦੇ ਵਿੱਚ ਕੀ ਹੈ ਕਲੋਨੀ ਬਣਾ ਲੈਂਦੇ ਆ ਜਾਂ ਕਬਜ਼ਾ ਕਰ ਲੈਂਦੇ ਆ। ਠੀਕ ਹੈ। ਇਸੇ ਐਕਟ ਦੇ ਅਧੀਨ ਜਾਂ ਤਾਜ ਦੇ ਅਧੀਨ, ਬ੍ਰਿਟਿਸ਼ ਤਾਜ ਦੇ ਅਧੀਨ, ਬ੍ਰਿਟਿਸ਼ ਕਰਾਊਨ ਦੇ ਅਧੀਨ ਇਸ ਸੈਂਟ ਹਲੀਨਾ ਜਿਹੜਾ ਥਾਂ ਹੈ, ਆਈਸਲੈਂਡ ਟਾਪੂ ਹੈ, ਉਸ ਨੂੰ ਆਪਣੇ ਅਧੀਨ ਕਰ ਲੈਂਦੇ ਆ। ਇਸ ਕਰਕੇ ਇਸ ਚਾਰਟਰ ਐਕਟ ਨੂੰ ਸੈਂਟ ਹਲੀਨਾ ਐਕਟ ਦਾ ਨਾਮ ਹੀ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਹੁਣ ਜਿਹੜੇ ਇਸ ਐਕਟ ਦੇ ਮਹੱਤਵਪੂਰਨ ਜਿਹੜੇ ਕੰਮ ਹੈ ਉਹ ਆਪਾਂ ਡਿਸਕਸ ਕਰਦੇ ਹਾਂ ਕਿ ਇਸ ਐਕਟ ਦੇ ਵਿੱਚ ਕੀ ਕੀਤਾ ਗਿਆ। ਆਪਾਂ ਦੇਖਿਆ ਸੀ ਕਿ 1813 ਦੇ ਈਸਵੀ ਦੇ ਵਿੱਚ ਭਾਰਤ ਨਾਲ ਜਿਹੜਾ ਕੰਪਨੀ ਦਾ ਵਪਾਰ ਹੈ ਇਹਨੂੰ ਬੰਦ ਕਰ ਦਿੱਤਾ ਗਿਆ ਸੀਗਾ। ਠੀਕ ਹੈ। ਤੇ ਪਰ ਚੀਨ ਨਾਲ ਚੱਲਦਾ ਸੀਗਾ। ਚੀਨ ਨਾਲ ਕਾਹਦਾ ਚੱਲਦਾ ਸੀ? ਚਾਹ ਦਾ। ਤਾਂ ਇਸ ਵਿੱਚ ਕੀ ਕੀਤਾ ਗਿਆ ਕਿ ਜਿਹੜਾ ਕੰਪਨੀ ਦਾ ਜੋ ਵਪਾਰ ਸੀਗਾ ਜੀ, ਕੰਪਨੀ ਦਾ ਜਿਹੜਾ ਵਪਾਰ ਸੀਗਾ ਜੀ ਉਹ ਚੀਨ ਨਾਲ ਵੀ ਬੰਦ ਕਰ ਦਿੱਤਾ ਗਿਆ। ਚੀਨ ਨਾਲ ਕਿਹੜਾ ਵਪਾਰ ਚੱਲਦਾ ਸੀਗਾ ਜੀ? ਚਾਹ ਦਾ। ਸਾਰਾ ਵਪਾਰ ਜਿਹੜਾ ਕੰਪਨੀ ਦਾ ਬੰਦ। ਸਿਰਫ ਕੰਪਨੀ ਹੁਣ ਕੀ ਸੀ? ਇੱਕ ਰਾਜਨੀਤਿਕ ਸੰਸਥਾ ਰਹਿ ਗਈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਦੂਸਰਾ ਇਹਦੇ ਵਿੱਚ ਕੀ ਕੀਤਾ ਗਿਆ? ਇਸ ਐਕਟ ਦੇ ਰਾਹੀਂ ਜੋ ਬੰਗਾਲ ਦਾ ਗਵਰਨਰ ਕੀ ਸੀਗਾ ਜੀ? ਬੰਗਾਲ ਦਾ ਗਵਰਨਰ, ਦੇਖੋ ਜੀ ਬੰਗਾਲ ਦਾ ਗਵਰਨਰ ਕੌਣ ਸੀਗਾ? ਪਹਿਲਾਂ ਲਾਰਡ ਕਲਾਈਵ। ਤੇ ਬੰਗਾਲ ਦਾ ਗਵਰਨਰ ਜਨਰਲ ਕੌਣ ਸੀਗਾ ਜੀ? ਇਸ ਬਾਰੇ ਤੁਸੀਂ ਦੱਸੋਗੇ ਜੀ। ਬੰਗਾਲ ਦਾ ਗਵਰਨਰ ਜਿਹੜਾ ਪਹਿਲਾ ਸੀ ਉਹ ਸੀਗਾ ਲਾਰਡ ਕਲਾਈਵ, ਔਰ ਬੰਗਾਲ ਦਾ ਗਵਰਨਰ ਜਨਰਲ ਸੀਗਾ ਜੋ ਪਹਿਲਾ ਉਹ ਹੈਗਾ ਸੀਗਾ ਜੀ ਵਾਰਨ ਹੈਸਟਿੰਗ। ਠੀਕ ਹੈ ਜੀ। ਤੇ ਜਦੋਂ ਇਹ ਐਕਟ ਆਇਆ ਤਾਂ ਉਦੋਂ ਕੀ ਕੀਤਾ ਗਿਆ? ਬੰਗਾਲ ਦਾ ਜੋ ਗਵਰਨਰ ਜਨਰਲ ਸੀ ਉਸ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਜਾਂਦਾ ਹੈ। ਕਿਹਦਾ ਜੀ? ਭਾਰਤ ਦਾ। ਭਾਰਤ ਦਾ ਗਵਰਨਰ ਜਨਰਲ। ਠੀਕ ਹੈ ਜੀ। 1773 ਦਾ ਰੈਗੂਲੇਟਿੰਗ ਐਕਟ ਸੀਗਾ, ਉਹਦੇ ਵਿੱਚ ਇਹ ਕੀਤਾ ਗਿਆ ਸੀਗਾ ਕਿ ਬੰਗਾਲ ਦਾ ਜਿਹੜਾ ਗਵਰਨਰ ਸੀਗਾ ਜੀ, ਬੰਗਾਲ ਦਾ ਗਵਰਨਰ ਸੀਗਾ, ਉਸ ਨੂੰ ਬੰਗਾਲ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀਗਾ। ਠੀਕ ਹੈ ਜੀ। ਹੁਣ ਕੀ ਕੀਤਾ ਜਾਂਦਾ ਹੈ ਕਿ 1833 ਦੇ ਚਾਰਟਰ ਐਕਟ ਦੇ ਰਾਹੀਂ ਭਾਰਤ ਦਾ ਜੋ ਬੰਗਾਲ ਦਾ ਜੋ ਗਵਰਨਰ ਜਨਰਲ ਇਹਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਜਾਂਦਾ ਹੈ। ਤਾਂ ਭਾਰਤ ਦਾ ਗਵਰਨਰ ਜਨਰਲ ਕੌਣ ਜਿਹੜਾ ਪਹਿਲਾ ਬਣਦਾ ਹੈ ਉਹ ਕੌਣ ਹੈ? ਪਹਿਲਾ ਭਾਰਤ ਦਾ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਹੀ ਬਣਦਾ ਜੀ। ਲਾਰਡ ਵਿਲੀਅਮ ਬੈਂਟਿਕ।
ठीक है जी। ये जिहड़ा है इसका महत्वपूर्ण जिहड़ा वो काम किया जाता है। ठीक है जी। उस तो बाद एक एग्ज कार्यकारी परिषद सीगी, कार्यकारी परिषद कार्यकारी परिषद कार्यकारी परिषद किसदी सी जी? गवर्नर जनरल की, जिहदे विच वो बैठदा सीगा। एग्जीक्यूटिव कौंसल, एग्जीक्यूटिव कौंसल दे विच आपां देखिया सीगा कि 3 मैंबर सीगे पिट्स इंडिया एक्ट 1784 के राही। एक पहला 4 सीगे, एक घटाता सीगा। हुण इस एक्ट दे विच की कीता गया, एक मैंबर जोड़िया गया ते प्लस सीगा गवर्नर जनरल। टोटल हो गए 5 मैंबर, 4 है गवर्नर जनरल पा के 5 है। ठीक है जी। उतना मैंबरां की गिनती 4 हो गई है। जिहड़ा चौथा मैंबर सीगा जी, ये सीगा कानून का माहर व्यक्ति, कानूनी माहर ਜਾਂ ਲਾ ਦਾ कह लो। ठीक है जी। कानूनी माहर की नियुक्ति की। ठीक है जी। माहर की नियुक्ति कार्य एग्जीक्यूटिव कौंसल विच। ठीक है। ये जिहड़ा कानूनी माहर सीगा, ये सिर्फ सलाह दे सकदा सीगा गवर्नर जनरल की परिषद नूं, कार्यकारी परिषद नूं, एग्जीक्यूटिव कौंसल नूं, लेकिन वोट नहीं दे सकदा सीगा, वोट नहीं। ये जिहड़ा नियुक्त किया गया सीगा, तो इसका नाम हैगा सीगा, शॉर्ट दे विच कह दिंदे आ मैकले। ठीक है, मैकाले। तो लेकिन इसका जिहड़ा पूरा नाम सीगा वो हैगा सीगा लॉर्ड थॉमस लॉर्ड थॉमस बबिंगटन। ये हैगा सी बबिंगटन मैकले, जिन्होंने हुण ज़्यादातर जदों आपां देखते हैं तो शॉर्ट दे विच उहदा जिहड़ा नाम यूज़ किया जाता है वो मैकले यूज़ किया जाता है जी, मैकले। ठीक है जी। लेकिन आ पूरा नाम जिहड़ा वो नहीं दस्सिया जाता, पर लेकिन उसका पूरा नाम सीगा लॉर्ड थॉमस बबिंगटन मैकले, जां इहनूं TB मैकले भी कह दिंदे आ। लेकिन जदों आपां ਇਹਦਾ ਸਾਰਾ ਨਾਮ ਪੜਾਂਗੇ ਤਾਂ ਆਪਾਂ ਨੂੰ ਕੋਈ ਕਨਫਿਊਜ਼ਨ ਨਹੀਂ ਹੋਊਗਾ। ਜੇਕਰ ਕੱਲ੍ਹ ਨੂੰ ਪੇਪਰ ਦੇ ਵਿੱਚ ਸਾਰਾ ਨਾਮ ਵੀ ਜੇਕਰ ਉਹਦਾ ਆ ਜਾਂਦਾ, ਜੇ ਮੈਕਲੇ ਨੂੰ ਕੱਟ ਦਿੱਤਾ ਜਾਂਦਾ ਤੇ ਫਿਰ ਆਪਣੇ ਮਾਈਂਡ ਦੇ ਵਿੱਚ ਇਹ ਕਨਫਿਊਜ਼ਨ ਪੈਦਾ ਕਰਦਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਇਹ ਜਿਹੜਾ ਲॉर्ड ਮੈਕਾਲੇ ਸੀਗਾ, ਠੀਕ ਹੈ ਜੀ, ਮੈਕਲੇ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਮੈਕਾਲੇ। ਠੀਕ ਹੈ ਜੀ। ਜਿਹੜਾ ਹੁਣੇ ਆਪਾਂ ਨੀਚੇ ਦੇਖਿਆ ਹੈ, इसने की कीता सीगा, इस एक्ट के राही ला कमीशन आया सीगा जी, ला कमीशन 1834 ਦੇ ਵਿੱਚ। उस नूं मैकाले ने हैड किया सीगा। ठीक है जी। कानून आयोग 1834 ਦੇ ਵਿੱਚ पहली बार इंडिया का कानून आयोग कदों बनया तो 1834 ਦੇ ਵਿੱਚ लॉर्ड मैकाले की ਸਮਿਤੀ ਚਾਹੇ कह लो। ठीक है जी। ये सीगा सी मैकाले ने इसनूं की कीता सी, हैड कीता सीगा, मतलब भी मुखी सीगा। इसने अपनी रिपोर्ट दी सीगी गवर्नर जनरल नूं, लॉर्ड विलियम बेंटिक नूं। ठीक है जी। ये मैकाले दा जिहड़ा तुसीं पूरा नाम देख चुके हैं, नीचे आपां देखिया सीगा लॉर्ड थॉमस बबिंगटन मैकाले। ठीक है जी। ये हैड सीगा। ये जिहड़ा ला कमीशन सी, इहदे विच इंडिया पैनल कोड IPC ਜਿਹੜੀਆਂ ਧਾਰਾਵਾਂ ਲੱਗਦੀਆਂ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਸੀ। ਠੀਕ ਹੈ ਜੀ। ਤੇ ਇਹ ਜਿਹੜਾ ਲਾ ਕਮਿਸ਼ਨ ਸੀ ਕਿਹੜੇ ਅੰਡਰ ਬਣਿਆ ਸੀਗਾ ਜੀ? 1833 ਦੇ ਐਕਟ ਦੇ ਰਾਹੀਂ ਹੀ ਬਣਿਆ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਇਸ ਐਕਟ ਦੇ ਵਿੱਚ ਮਹੱਤਵਪੂਰਨ ਕੰਮ ਕੀ ਕੀਤਾ ਗਿਆ ਸੀ, ਜਿਹੜਾ ਕੰਪਨੀ ਸੀਗੀ, ਆਪਾਂ ਦੇਖ ਰਹੇ ਸੀ ਕਿ ਕੰਪਨੀ ਕਿਹੜੀ ਸੀ? ਜਿਹੜੀ ਅਮੀਰਾਂ ਦਾ ਸਮੂਹ ਸੀ, 24 ਮੈਂਬਰ ਸੀਗੇ, ਕੋਰਟ ਆਫ ਡਾਇਰੈਕਟਰ। ਉਹ ਕੰਪਨੀ ਦਾ ਪਹਿਲਾ ਨਾਮ ਕੀ ਸੀਗਾ ਜੀ? ਪਹਿਲਾ ਨਾਮ ਹੈਗਾ ਸੀਗਾ ਦੀ ਗਵਰਨਰ ਐਂਡ ਕੰਪਨੀ ਆਫ ਮਰਚੈਂਟ ਆਫ ਲੰਡਨ ट्रेडिंग इनटू दी ईस्ट इंडीज़। ठीक है जी। ਉਹਦਾ कंपनी का की नाम चेंज किया गया, ਉਹਦਾ ਕੀ ਕੀਤਾ ਗਿਆ नाम इस सैक्टर राही? ईस्ट इंडिया कंपनी। ठीक है जी। 1833 ਦੇ ਚਾਰਟਰ ਐਕਟ ਰਾਹੀਂ ਹੋਰ ਕੀ ਕੰਮ ਕੀਤਾ ਗਿਆ ਜੀ? ਹੋਰ ਜਿਹੜਾ ਇਹਦਾ ਕੰਮ ਇਸ ਐਕਟ ਦੇ ਰਾਹੀਂ ਕੀਤਾ ਗਿਆ ਉਹ ਇਹ ਸੀਗਾ ਕਿ ਦਾਸ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ, ਦਾਸ ਮਤਲਬ ਗੁਲਾਮ, ਦਾਸ ਪ੍ਰਥਾ ਨੂੰ ਕੀ ਕੀਤਾ ਗਿਆ ਜੀ? ਗੈਰ ਕਾਨੂੰਨੀ ਘੋਸ਼ਿਤ, ਗੈਰ ਕਾਨੂੰਨੀ। ਠੀਕ ਹੈ ਜੀ। ਗੈਰ ਕਾਨੂੰਨੀ
ਦਾਸ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ 1833 ਦੇ ਐਕਟ ਰਾਹੀਂ ਕੀਤਾ ਗਿਆ, ਲੇਕਿਨ ਇਹਦਾ ਜਿਹੜਾ ਅੰਤ ਹੈ ਤੁਸੀਂ ਦੇਖੋਗੇ ਇਹਦਾ ਜਿਹੜਾ ਅੰਤ ਹੈ ਉਹ ਕੀਤਾ ਗਿਆ ਸੀ 1843 ਦੇ ਵਿੱਚ। ਤੇ 1843 ਦੇ ਵਿੱਚ ਕਿਹੜੇ ਗਵਰਨਰ ਨੇ ਕੀਤਾ ਸੀਗਾ ਜੀ ਇਸ ਦਾ ਅੰਤ? ਤਾਂ ਇਹਦਾ ਜਿਹੜਾ ਅੰਤ ਹੈ ਉਹ ਲਾਰਡ ਐਲਨਬਰੋ ਦੁਆਰਾ ਜਿਹੜਾ ਦਾਸ ਪ੍ਰਥਾ ਦਾ ਜਿਹੜਾ ਉਹ ਅੰਤ ਕੀਤਾ ਗਿਆ ਸੀ, ਲੇਕਿਨ ਘੋਸ਼ਣਾ 1833 ਦੇ ਚਾਰਟਰ ਐਕਟ ਰਾਹੀਂ ਹੋਈ ਸੀਗੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਇਸ ਐਕਟ ਦੇ ਰਾਹੀਂ ਇਹ ਜਿਹੜਾ ਸੀਗਾ ਇਹ ਚਾਰਟਰ ਐਕਟ, ਇਹਦੀ ਇੱਕ ਇਸੇ ਐਕਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅੰਗਰੇਜ਼ ਜਿਹੜੇ ਆ ਬਿਨਾਂ ਪਾਸਪੋਰਟ ਭਾਰਤ ਵਿੱਚ ਆ ਸਕਦੇ ਆ। ਠੀਕ ਹੈ ਜੀ। ਅੰਗਰੇਜ਼ ਕੀ ਹੈ? ਅੰਗਰੇਜ਼ ਦੇਖੋ, ਅੰਗਰੇਜ਼ ਬਿਨਾਂ ਪਾਸਪੋਰਟ ਜਾਂ ਉਹਨੂੰ ਆਪਾਂ ਲਾਇਸੈਂਸ ਵੀ ਕਹਿ ਲਓ ਪੰਜਾਬੀ 'ਚ, ਭਾਰਤ ਆ ਸਕਦੇ ਆ ਜੀ। ਭਾਰਤ ਆਉਣ ਦੀ ਮਨਜ਼ੂਰੀ ਠੀਕ ਹੈ ਜੀ। ਉਹ ਵੀ 1800 ਚਾਰਟਰ ਐਕਟ 1833 ਦੇ ਰਾਹੀਂ ਕੀਤਾ ਗਿਆ ਸੀਗਾ ਜੀ। ਅੰਗਰੇਜ਼ ਹੋਰ ਇਸ ਚਾਰਟਰ ਐਕਟ ਦੇ ਵਿੱਚ ਕੀ ਕਿਹਾ ਗਿਆ ਸੀ? ਹੋਰ ਚਾਰਟਰ ਐਕਟ ਦੇ ਵਿੱਚ ਇਹ ਕਿਹਾ ਗਿਆ ਸੀ ਜੋ ਬਿੱਲ ਹੈ, ਠੀਕ ਹੈ ਜੀ, ਬਿੱਲ ਕੌਣ ਬਣਾਉਂਦਾ ਸੀਗਾ ਜੀ? ਬਿੱਲ ਜਿਹੜਾ ਕਾਰਜਕਾਰੀ ਪ੍ਰੀਸ਼ਦ ਐਗਜ਼ੀਕਿਊਟਿਵ ਕਾਉਂਸਲ, ਜਿਹਦੇ ਵਿੱਚ ਗਵਰਨਰ ਸੀਗੇ ਤੇ 4 ਮੈਂਬਰ ਸੀਗੇ। ਠੀਕ ਹੈ ਜੀ। ਉਹ ਬਿੱਲ ਬਣਾਉਂਦੇ ਸੀ। ਬਿੱਲ ਨੂੰ ਕੀ ਕਹਿੰਦੇ ਆ? ਕਾਨੂੰਨ ਵੀ ਕਹਿ ਦਿੰਦੇ ਆ। ਤਾਂ ਇਸੇ ਐਕਟ ਦੇ ਰਾਹੀਂ ਜਿਹੜਾ ਬਿੱਲ ਸੀ ਜਾਂ ਕਾਨੂੰਨ ਸੀਗਾ ਉਹਨਾਂ ਨੂੰ ਕੀ ਐਕਟ ਕਿਹਾ ਜਾਣ ਲੱਗਾ। ਜਦੋਂ ਪਾਸ ਹੋ ਜਾਂਦੇ ਸੀ ਤਾਂ ਕੀ ਉਸ ਤੋਂ ਬਾਅਦ ਉਹਨੂੰ ਐਕਟ ਕਿਹਾ ਜਾਣ ਲੱਗਾ। ਠੀਕ ਹੈ ਜੀ। ਔਰ ਇਸ ਤੋਂ ਬਾਅਦ ਇਸ ਐਕਟ ਦੇ ਜਿਹੜੇ ਪ੍ਰੋਵੀਜ਼ਨ ਸੀਗੇ, ਜੋ ਇਹ ਚੀਜ਼ਾਂ ਐਕਟ ਦੇ ਵਿੱਚ ਕਹਿ ਦਿੱਤੀਆਂ ਗਈਆਂ ਸੀ, ਐਕਟ ਲੈ ਆਂਦਾ ਸੀ, ਜਿਹੜੇ ਆਪਾਂ ਪ੍ਰੋਵੀਜ਼ਨ ਪੜ੍ਹ ਚੁੱਕੇ ਹਾਂ, ਇਹਨਾਂ ਨੂੰ 20 ਸਾਲ ਲਈ ਐਕਸਟੈਂਡ ਕਰ ਦਿੱਤਾ ਗਿਆ। ਐਕਸਟੈਂਡ ਮਤਲਬ ਵੀ ਇਹ ਜਿਹੜੇ ਪ੍ਰੋਵੀਜ਼ਨ ਅਸੀਂ ਕੀਤੇ ਗਏ ਆ, ਇਹਨਾਂ ਚੀਜ਼ਾਂ ਦੀ ਵਿਚਾਰ ਚਰਚਾ ਹੁਣ ਅਗਲੇ 20 ਸਾਲਾਂ ਨੂੰ ਕਰਾਂਗੇ ਸਮੀਖਿਆ ਵੀ ਕੀ ਨਿਕਲਦੀ ਹੈ। ਠੀਕ ਹੈ। ਜਦੋਂ 20 ਸਾਲ ਐਕਸਟੈਂਡ ਕੀਤਾ ਜਾਂਦਾ ਤਾਂ ਫਿਰ ਆਉਂਦਾ 1853 ਦਾ ਚਾਰਟਰ ਐਕਟ। ਠੀਕ ਹੈ ਜੀ। ਉਸ ਤੋਂ ਪਹਿਲਾਂ 1853 ਦਾ ਚਾਰਟਰ ਐਕਟ ਜਾਣਨ ਤੋਂ ਪਹਿਲਾਂ ਆਪਾਂ ਹੁਣ ਦੇਖਾਂਗੇ ਕਿ ਜਿਹੜਾ ਲਾਰਡ ਵਿਲੀਅਮ ਬੈਂਟਿਕ ਸੀਗਾ ਜੀ, ਲਾਰਡ ਵਿਲੀਅਮ ਬੈਂਟਿਕ, ਇਹਦੇ ਕੀ ਕੰਮ ਸੀਗੇ? ਇਹਦੇ ਜਿਹੜਾ ਸੀਗਾ ਜਦੋਂ ਇਹ ਗਵਰਨਰ ਜਨਰਲ ਬਣਿਆ ਤਾਂ ਇਹਦੇ ਕੀ ਕੰਮ ਸੀਗੇ? ਇਹਨੇ ਕੀ ਇੰਡੀਆ ਦੇ ਵਿੱਚ ਕੀਤਾ ਸੀਗਾ? ਠੀਕ ਹੈ ਜੀ। ਪਹਿਲਾਂ ਤਾਂ ਇਹਦਾ ਕੰਮ ਇਹ ਸੀਗਾ ਕਿ 1829 ਦੇ ਵਿੱਚ ਆਪਾਂ ਤੁਸੀਂ ਪੜ੍ਹਿਆ ਵੀ ਹੋਊਗਾ, 1829 ਦੇ ਵਿੱਚ ਕੀ ਸੀਗਾ ਜੀ? ਸਤੀ ਪ੍ਰਥਾ ਦਾ ਅੰਤ। ਠੀਕ ਹੈ ਜੀ। ਨਾਲ ਕੌਣ ਸੀਗੇ ਜੀ? ਇਸ ਦੇ ਨਾਲ ਸੀਗੇ ਜੀ ਰਾਜਾ ਰਾਮ ਮੋਹਨ ਰਾਏ, ਪਲੱਸ ਸੀਗਾ ਲਾਰਡ ਵਿਲੀਅਮ ਬੈਂਟਿੰਗ ਤੁਸੀਂ ਲਿਖ ਲਓ ਸ਼ੋਰਟ 'ਚ, ਪਲੱਸ ਰਾਜਾ ਰਾਮ ਮੋਹਨ ਰਾਏ। ਠੀਕ ਹੈ ਜੀ। ਦੋਨਾਂ ਨੇ। ਠੀਕ ਹੈ ਜੀ। 1829 ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਅਗਲਾ ਇਹਨਾਂ ਦਾ ਕੰਮ ਸੀਗਾ ਲਾਰਡ ਵਿਲੀਅਮ ਬੈਂਟਿੰਗ ਨੇ ਕੀਤਾ, ਉਹ ਕੀਤਾ ਸੀਗਾ ਜੀ ਮਹਿਲਵਾੜੀ ਪ੍ਰਬੰਧ। ਠੀਕ ਹੈ ਜੀ। ਇਹ ਕਦੋਂ ਕੀਤਾ ਸੀ? 1833 ਦੇ ਵਿੱਚ। 1833 ਦੇ ਵਿੱਚ ਮਹਿਲਵਾੜੀ ਪ੍ਰਬੰਧ, ਮਹਿਲਵਾੜੀ ਸਿਸਟਮ, ਪ੍ਰਣਾਲੀ ਕਹਿ ਲਓ ਪੰਜਾਬੀ ਦੇ ਵਿੱਚ। ਮਹਿਲਵਾੜੀ ਪ੍ਰਣਾਲੀ ਦਾ ਜਨਕ ਹੈ, ਉਹਨੂੰ ਕਹਿੰਦੇ ਹਾਲਟ ਮੈਕੈਂਜੀ। ਠੀਕ ਹੈ ਜੀ। ਲੇਕਿਨ ਹਾਲਟ ਮੈਕੈਂਜੀ ਸੀਗਾ ਜੀ। ਠੀਕ ਹੈ ਜੀ। ਮਹਿਲਵਾੜੀ ਪ੍ਰਣਾਲੀ ਦਾ ਜਨਕ। ਲੇਕਿਨ ਪੰਜਾਬ ਦੇ ਵਿੱਚ ਤੇ ਉੱਤਰੀ ਪੱਛਮੀ ਪ੍ਰਾਂਤ, ਪੰਜਾਬ ਦੇ ਵਿੱਚ ਤੇ ਉੱਤਰੀ ਪੱਛਮੀ ਪ੍ਰਾਂਤ ਦੇ ਵਿੱਚ 1833 ਦੇ ਵਿੱਚ ਲਾਰਡ ਵਿਲੀਅਮ ਬੈਂਟਿਕ ਨੇ ਲਗਾਈ ਸੀਗੀ ਜੀ। ਕਿੱਥੇ? ਪੰਜਾਬ। ਆਪਾਂ ਪੇਪਰ ਦੇ ਵਿੱਚ ਦੇਖਦੇ ਹਾਂ ਹੁਣ ਦੇ ਪੰਜਾਬ ਨੂੰ ਪੰਜਾਬ ਕਹਿੰਦੇ, ਜਾਂ ਪਾਕਿਸਤਾਨ ਵਾਲਾ ਜੋੜ ਕੇ ਵੀ ਕਈ ਵਾਰ ਕੁਐਸਚਨ ਆ ਜਾਂਦਾ, ਤੇ ਪੰਜਾਬ ਤਾਂ ਪੰਜਾਬ ਹੈ। ਪੱਛਮੀ ਉੱਤਰੀ ਪ੍ਰਾਂਤ ਉਸ ਟਾਈਮ ਸੀਗਾ, ਕਿਉਂਕਿ ਉਦੋਂ ਪਾਕਿਸਤਾਨ ਵੀ ਇਕੱਠਾ ਸੀਗਾ। ਤੇ ਇਹਦੇ ਵਿੱਚ ਕਿਸੇ ਪੱਛਮੀ ਦੇ ਵਿੱਚ ਤੁਸੀਂ ਦੇਖੋਗੇ ਕਿ ਪੱਛਮ ਵਾਲਾ ਪੰਜਾਬ ਵੀ ਆ ਗਿਆ। ਠੀਕ ਹੈ।
ਪੱਛਮੀ ਪੰਜਾਬ ਜਿਹੜਾ ਜੀ ਪਾਕਿਸਤਾਨ 'ਚ, ਤੇ ਪ੍ਰਾਂਤ ਮਤਲਬ ਕਿ ਪਾਕਿਸਤਾਨ ਦਾ ਕੁਝ ਖੇਤਰ ਵੀ ਉਦੋਂ ਜਿਹੜਾ ਇਸ ਪੱਛਮੀ ਉੱਤਰੀ ਪ੍ਰਾਂਤ ਦੇ ਖੇਤਰ ਦੇ ਆਉਂਦਾ ਸੀਗਾ। ਇੱਥੇ ਦੋਨਾਂ ਖੇਤਰਾਂ ਵਿੱਚ ਮਹਿਲ ਵਾਲੀ ਪ੍ਰਣਾਲੀ ਜਿਹੜੀ ਹੈ 1833 ਦੇ ਵਿੱਚ ਲਾਰਡ ਵਿਲੀਅਮ ਬੈਂਟਿੰਗ ਨੇ ਕੀਤੀ ਸੀ। ਲੇਕਿਨ ਇਹਦਾ ਜਿਹੜਾ ਜਨਕ ਹੈਗਾ ਜੀ ਹਾਲਟ ਮਕੈਂਜੀ। ਠੀਕ ਹੈ ਜੀ, ਇਹਦਾ ਜਿਹੜਾ ਜਨਕ ਹੈ ਉਹ ਹੈਗਾ ਜੀ ਹਾਲਟ ਮਕੈਂਜੀ, ਇੰਗਲਿਸ਼ ਵਿੱਚ ਲਿਖ ਲਓ ਹਾਲਟ ਮਕੈਂਜੀ। ਠੀਕ ਹੈ ਜੀ, ਇਹ ਉਹਦਾ ਜਨਕ ਹੈ। ਹੋਰ ਇਸਨੇ ਕੀ ਕੰਮ ਕੀਤਾ ਸੀਗਾ ਜੀ? ਹੋਰ ਇਸਨੇ ਲਾਰਡ ਵਿਲੀਅਮ ਬੈਂਟਿੰਗ ਦੇ ਜਿਹੜੇ ਹੋਰ ਕੰਮ ਸੀਗਾ ਨੋਟ ਕਰ ਲਓ ਜੀ, ਚਾਹੇ ਸਕਰੀਨਸ਼ਾਟ ਲੈ ਲਓ। ਹੋਰ ਜਿਹੜੇ ਇਸ ਦੇ ਕੰਮ ਸੀਗੇ ਜੀ, ਹੋਰ ਕੀ ਕੀਤਾ ਸੀਗਾ ਜੀ ਇਹਨਾਂ ਨੇ ਇੱਕ ਇੰਗਲਿਸ਼ ਐਜੂਕੇਸ਼ਨ ਐਕਟ ਲਿਆਂਦਾ ਸੀਗਾ ਜੀ, ਐਜੂਕੇਸ਼ਨ ਐਕਟ 1835 ਦੇ ਵਿੱਚ ਜੀ। ਠੀਕ ਹੈ ਜੀ, ਉਸ ਤੋਂ ਬਾਅਦ ਇੱਕ ਇਹਨਾਂ ਨੇ 1835 ਦੇ ਵਿੱਚ ਹੋਰ ਕੰਮ ਕੀਤਾ ਸੀਗਾ ਜੀ, ਮੈਨੂੰ ਯਾਦ ਨਹੀਂ ਆ ਰਿਹਾ ਉਹ ਕੰਮ ਸੀਗਾ। ਠੀਕ ਹੈ ਜੀ, ਉਹ ਹੈਗਾ ਸੀਗਾ ਮੈਡੀਕਲ ਕਾਲਜ ਐਂਡ ਹਸਪੀਟਲ 1835 ਦੇ ਵਿੱਚ। ਇਹ ਕਿੱਥੇ ਖੋਲ੍ਹਿਆ ਸੀ? ਕੋਲਕਾਤਾ ਦੇ ਵਿੱਚ ਜੀ। ਠੀਕ ਹੈ ਜੀ, ਇਹ ਕਿੱਥੇ ਖੋਲ੍ਹਿਆ ਸੀ? ਕੋਲਕਾਤਾ 1835 ਦੇ ਵਿੱਚ। ਠੀਕ ਹੈ ਜੀ, ਇਹ ਜਿਹੜੇ ਹੈ ਕੰਮ ਹੈ ਉਹ ਲਾਰਡ ਵਿਲੀਅਮ ਬੈਂਟਿੰਗ ਦੇ ਦੁਆਰਾ ਜਿਹੜੇ ਉਹ ਕੀਤੇ ਗਏ ਸੀ। ਠੀਕ ਹੈ ਜੀ, ਜਦੋਂ ਭਾਰਤ ਦਾ ਗਵਰਨਰ ਜਨਰਲ ਸੀ। ਇਸ ਤੋਂ ਇਲਾਵਾ ਉਸਨੇ ਹੋਰ ਵੀ ਜਿਹੜੇ ਹੈ ਕੰਮ ਕੀਤੇ ਸੀ, ਲੇਕਿਨ ਮਹੱਤਵਪੂਰਨ ਜਿਹੜੇ ਕੰਮ ਹੈ ਉਹ ਆਪਾਂ ਨੋਟ ਕਰ ਲਿਆ। ਹੁਣ ਇਹ ਜਿਹੜਾ ਚਾਰਟਰ ਐਕਟ ਸੀ 1833 ਦਾ ਆਪਾਂ ਰੀਡ ਕਰ ਚੁੱਕੇ ਹਾਂ। ਇਸ ਵਿੱਚ ਕੀ ਸੀਗਾ? ਇਹਦੇ ਵਿੱਚ ਹੈਗਾ ਸੀ ਇੱਕ ਤਾਂ ਕੰਪਨੀ ਦਾ ਪੂਰਨ ਵਪਾਰ ਬੰਦ ਕਰ ਦਿੱਤਾ ਜਾਂਦਾ ਹੈ। ਚੀਨ ਦੇ ਨਾਲ ਵੀ ਜਿਹੜਾ ਚਾਹ ਦਾ ਚੱਲਦਾ ਸੀ ਉਹ ਕੀਤਾ ਜਾਂਦਾ ਹੈ। ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾਇਆ ਜਾਂਦਾ, ਤੇ ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਸੀਗਾ। ਲਾਰਡ ਵਿਲੀਅਮ ਬੈਂਟਿੰਗ ਦੇ ਸਮੇਂ ਜਿਹੜਾ ਚਾਰਟਰ ਐਕਟ 1833 ਦਾ ਆਉਂਦਾ ਹੈ ਜੀ। ਠੀਕ ਹੈ ਜੀ, ਗਵਰਨਰ ਜਨਰਲ ਦੀ ਪ੍ਰੀਸ਼ਦ ਹੈ, ਉਹਦੇ ਵਿੱਚ ਇੱਕ ਕਾਨੂੰਨੀ ਮੈਂਬਰ ਦੀ ਨਿਯੁਕਤੀ ਕੀਤੀ ਜਾਂਦੀ, ਲੇਕਿਨ ਵੋਟ ਨਹੀਂ ਦੇ ਸਕਦਾ। ਠੀਕ ਹੈ ਜੀ, ਪੂਰਨ ਮੈਂਬਰ ਨਹੀਂ ਉਹ ਬਣ ਸਕਿਆ, ਲੇਕਿਨ ਉਹਨੂੰ ਸਲਾਹ ਦੇਣ ਦਾ ਅਧਿਕਾਰ ਹੈ। ਕਾਨੂੰਨੀ ਮੈਂਬਰ ਸੀ, ਤੇ ਉਹ ਕਾਨੂੰਨੀ ਮੈਂਬਰ ਕਿਹੜਾ ਸੀਗਾ ਜੀ? ਉਹ ਹੈਗਾ ਲਾਰਡ ਥਾਮਸ ਬੈਬਿੰਗਟਨ ਮੈਕਲੇ। ਠੀਕ ਹੈ ਜੀ, ਉਹਨੇ ਕੀ ਕੀਤਾ ਸੀਗਾ? ਉਹ 1833 ਦੇ ਐਕਟ ਰਾਹੀਂ ਉਸਨੇ 1834 ਦੇ ਵਿੱਚ ਲਾ ਕਮਿਸ਼ਨ ਯਾਨੀ ਕਿ ਕਾਨੂੰਨ ਆਯੋਗ ਦੀ ਸਥਾਪਨਾ ਕੀਤੀ ਸੀਗੀ, ਜਿਹਦੇ ਵਿੱਚ IPC ਜੋ ਇੰਡੀਅਨ ਪੈਨਲ ਕੋਡ ਦੀਆਂ ਧਾਰਾਵਾਂ ਦੇ ਬਾਰੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਸੀਗੀ। ਠੀਕ ਹੈ ਜੀ, ਉਸ ਤੋਂ ਬਾਅਦ ਇਸ ਐਕਟ ਦੇ ਰਾਹੀਂ ਕੀ ਕੀਤਾ ਗਿਆ ਸੀਗਾ? ਕੰਪਨੀ ਦਾ ਜਿਹੜਾ ਨਾਮ ਸੀਗਾ ਦੀ ਗਵਰਨਰ ਐਂਡ ਕੰਪਨੀ ਆਫ ਮਰਚੈਂਟ ਆਫ ਲੰਡਨ ਟ੍ਰੇਡਿੰਗ ਇਨਟੂ ਦੀ ਈਸਟ ਇੰਡੀਜ਼, ਉਹਦਾ ਕੰਪਨੀ ਦਾ ਨਾਮ ਚੇਂਜ ਕਰਕੇ ਕੀ ਕੀਤਾ ਗਿਆ? ਈਸਟ ਇੰਡੀਆ ਕੰਪਨੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੀ ਸੀਗਾ ਜੀ? ਇਸੇ ਐਕਟ ਦੇ ਰਾਹੀਂ ਦਾਸ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਠੀਕ ਹੈ ਜੀ, ਜਿਸ ਦਾ ਅੰਤ 1843 ਦੇ ਵਿੱਚ ਜਿਹੜਾ ਗਵਰਨਰ ਉਦੋਂ ਹੈਗਾ ਸੀ ਗਵਰਨਰ ਜਨਰਲ ਲਾਰਡ ਇਲਨਬਰੋ, ਉਸਨੇ ਅੰਤ ਇਹਦਾ ਕੀਤਾ ਸੀ। ਤੇ ਕਾਨੂੰਨਾਂ ਨੂੰ ਇਸ ਕਾਨੂੰਨ ਜਾਂ ਬਿੱਲਾਂ ਨੂੰ ਇਸੇ ਐਕਟ ਦੇ ਰਾਹੀਂ ਐਕਟ ਕਿਹਾ ਜਾਣ ਲੱਗ ਪਿਆ। ਠੀਕ ਹੈ ਜੀ, ਅੰਗਰੇਜ਼ਾਂ ਨੂੰ ਬਿਨਾਂ ਪਾਸਪੋਰਟ ਤੇ ਜਾਣੀ ਕਿ ਭਾਰਤ ਆਉਣ ਦੀ ਆਗਿਆ ਮਿਲ ਗਈ ਇਸ ਐਕਟ ਦੇ ਰਾਹੀਂ। ਜਿੰਨੇ ਵੀ ਇਹ ਪ੍ਰੋਵੀਜ਼ਨ ਹੈ ਮੇਨ ਜੋ ਇਹਨਾਂ ਦੇ 1833 ਚਾਰਟਰ ਐਕਟ ਦੇ ਕੰਮ ਸੀ ਉਹ ਆਪਾਂ ਡਿਸਕਸ ਕਰ ਲਿਆ, ਤੇ ਇਹ ਵੀ ਦੇਖ ਲਿਆ ਕਿ ਚਾਰਟਰ ਐਕਟ 1833 ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ, ਤੇ ਸੈਂਟ ਹਲੀਨਾ ਐਕਟ ਦੇ ਸੈਂਟ ਹਲੀਨਾ ਐਕਟ ਜਿਹੜਾ ਕਿਹਾ ਜਾਂਦਾ ਉਹ ਵੀ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਸੈਂਟ ਹਲੀਨਾ ਜਿਹੜਾ ਇੱਕ ਟਾਪੂ ਹੈ ਉਹ ਹੈਗਾ ਦੱਖਣੀ ਅਟਲਾਂਟਿਕ ਮਹਾਂਸਾਗਰ ਦੇ ਵਿੱਚ। ਇਸੇ ਐਕਟ 1800 ਚਾਰਟਰ ਐਕਟ ਦੇ ਰਾਹੀਂ ਜਿਹੜਾ ਕਿ ਅੰਗਰੇਜ਼ਾਂ ਨੇ ਉਸ ਨੂੰ 1834 ਦੇ ਵਿੱਚ ਆਪਣੀ ਕਲੋਨੀ ਬਣਾਇਆ ਸੀ, ਇਸ ਕਰਕੇ 1800 ਚਾਰਟਰ ਐਕਟ 1833 ਨੂੰ ਸੈਂਟ ਹਲੀਨਾ ਐਕਟ ਵੀ ਕਿਹਾ ਜਾਂਦਾ ਜੀ। ਸੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਦੇ ਵਿੱਚ ਜੋ ਚੀਜ਼ਾਂ ਹੈਗੀਆਂ ਉਹ ਸਾਰੀਆਂ ਸਮਝ ਦੇ ਵਿੱਚ ਆਈਆਂ ਹੋਣਗੀਆਂ। ਸੋ ਇਸੇ ਆਸ ਦੇ ਨਾਲ ਮੈਂ ਅਗਲੀ ਨੈਕਸਟ ਵੀਡੀਓ ਜਿਹੜੀ ਆ ਉਹ ਆਪਣੀ ਲੈ ਕੇ ਹਾਜ਼ਰ ਹੋਊਂਗਾ। ਸੋ ਇਸ ਕਰਕੇ ਜਿੰਨੇ ਵੀ ਵਾਚ ਕਰ ਰਹੇ ਆ ਸਟੂਡੈਂਟ ਹੈ, ਕੋਈ ਵੀ ਹੈ, ਜਿੰਨੇ ਵੀ ਤਿਆਰੀ ਕਿਸੇ ਵੀ ਲੈਵਲ ਦੀ ਕਰ ਰਿਹਾ, SST ਮਾਸਟਰ ਕੇਡਰ ਦੀ ਕਰ ਰਿਹਾ ਹੈ, ਜਾਂ ਕੋਈ SSC ਦੀ ਕਰ ਰਿਹਾ ਹੈ, ਜਾਂ ਕੋਈ ਪੰਜਾਬ SSS ਬੋਰਡ ਦੀ ਕਰ ਰਿਹਾ ਹੈ, ਤਾਂ ਹੋਰ ਵੀ ਜਿੰਨੇ ਵੀ ਅਦਰ ਐਗਜ਼ਾਮ ਹੈ ਉਹਨਾਂ ਦੇ ਵਿੱਚੋਂ ਇਹਨਾਂ ਰਿਲੇਟਡ ਚੀਜ਼ਾਂ ਨਾਲ ਕੁਐਸਚਨ ਜਿਹੜੇ ਪੁੱਛੇ ਜਾਂਦੇ ਹੈ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਮੇਰੇ ਦੁਆਰਾ ਦਿੱਤੀਆਂ ਜਿਹੜੀਆਂ ਕਲਾਸਾਂ ਹੈ ਉਹ ਸਮਝ ਦੇ ਵਿੱਚ ਆ ਰਹੀਆਂ ਹੋਣਗੀਆਂ। ਜੇਕਰ ਤੁਹਾਡੇ ਕੋਈ ਗਿਆਨ ਦੇ ਵਿੱਚ ਵਾਧਾ ਕਰਦੀਆਂ ਤਾਂ ਇਹਨਾਂ ਨੂੰ ਸ਼ੇਅਰ, ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਮੈਨੂੰ ਵੀ ਇੱਕ ਪ੍ਰੇਰਨਾ ਮਿਲੇ ਕਿ ਮੈਂ ਹੋਰ ਕਲਾਸਾਂ ਜਿਹੜੀਆਂ ਤੁਹਾਡੇ ਸਾਹਮਣੇ ਜਿਹੜੀਆਂ ਲੈ ਕੇ ਆਵਾਂ। ਔਰ ਇਸੇ ਤਰ੍ਹਾਂ ਹੀ
ਜਿਹੜੀ ਅੱਜ ਦੀ ਵੀਡੀਓ ਹੈ ਉਹ ਹੁਣ ਆਪਣੀ ਸਮਾਪਤ ਹੁੰਦੀ ਹੈ। ਸੋ ਜਿੰਨੇ ਵਾਚ ਕਰ ਰਹੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ।